ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ। ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਫਿਰ ਤੋਂ ਸਵਾਗਤ। ਮੈਂ ਹਾਂ ਤੁਹਾਡਾ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ। ਔਰ ਦੋਸਤੋ ਤੁਹਾਡੇ ਨਾਲ ਹਾਂ ਪ੍ਰੋਗਰਾਮ ਜੀਵਨ ਜਾਂਚ ਦੇ ਵਿੱਚ। ਤੇ ਜੀਵਨ ਜਾਂਚ ਪ੍ਰੋਗਰਾਮ ਦੇ ਵਿੱਚ ਹੁਣੇ ਅਸੀਂ ਗੱਲ ਕਰ ਰਹੇ ਸੀ ਕਿ ਇਹ ਜ਼ਿੰਦਗੀ ਹੈ ਜਿਹੜੀ ਅਸਲ ਵਿੱਚ ਖੇਲ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਹੈ ਸਗਲ ਜਗਤ। ਪਰੰਤੂ ਲੋਕਾਂ ਨੇ ਇਸ ਜ਼ਿੰਦਗੀ ਨੂੰ ਕੰਮ ਹੀ ਬਣਾ ਲਿਆ ਔਰ ਇਸ ਤਰ੍ਹਾਂ ਦਾ ਕੰਮ ਬਣਾ ਲਿਆ ਕਿ ਲੋਕ ਇਹ ਸੋਚਣ ਲੱਗ ਗਏ ਆ ਕਿ ਅਸੀਂ ਦੁਨੀਆ ਤੇ ਸਿਰਫ ਇਸੇ ਕੰਮ ਲਈ ਆਏ ਆ ਕਿ ਇੱਥੇ ਆ ਕੇ ਪਸ਼ੂਆਂ ਦੀ ਤਰ੍ਹਾਂ ਬੈਲ ਦੀ ਤਰ੍ਹਾਂ ਕੰਮ ਕਰੋ ਔਰ ਕੰਮ ਕਰ ਕਰਕੇ ਆਪਣੀਆਂ ਬਸ ਇਮਾਰਤਾਂ ਉੱਚੀਆਂ ਕਰੀ ਚੱਲੋ ਔਰ ਪੱਥਰ ਦੇ ਘਰ ਬਣਾਈ ਚੱਲੋ। ਜੋ ਜੰਗਲ ਸਾਨੂੰ ਪਰਮਾਤਮਾ ਨੇ ਦਿੱਤੇ ਆ, ਕੁਦਰਤ ਨੇ ਦਿੱਤੇ ਆ, ਉਹ ਜੰਗਲ ਉਹ ਪਹਾੜ ਕੱਟੀ ਚੱਲੋ ਔਰ ਉਹਨਾਂ ਦੀ ਜਗ੍ਹਾ ਤੇ ਆਪਣੇ ਪੱਥਰਾਂ ਦੇ ਜੰਗਲ ਖੜੇ ਕਰੀ ਚੱਲੋ। ਔਰ ਇੱਕ ਦਿਨ ਮੈਂ ਜਿਹੜਾ ਹੈ ਨਾ ਇੱਕ ਵਿਦਵਾਨ ਦੇ ਵਿਚਾਰ ਸੁਣ ਰਿਹਾ ਸੀ ਤੇ ਉਹ ਵਿਦਵਾਨ ਜਿਹੜਾ ਦੱਸ ਰਿਹਾ ਸੀ ਕਿ 2050 ਤੱਕ ਇਹ ਦੁਨੀਆ ਕਿਸ ਤਰ੍ਹਾਂ ਦੀ ਹੋਵੇਗੀ, ਅੱਜ ਤੋਂ 30 ਸਾਲ ਬਾਅਦ ਜਾਂ ਅੱਜ ਤੋਂ 50 ਸਾਲ ਬਾਅਦ। ਤੇ ਉਹ ਕਹਿ ਰਿਹਾ ਸੀ ਅੱਜ ਤੋਂ 50 ਸਾਲ ਬਾਅਦ ਜਦੋਂ ਤੁਸੀਂ ਦਿੱਲੀ ਤੋਂ ਦੇਹਰਾਦੂਨ ਲਈ ਚੱਲੋਗੇ ਨਾ ਜਾਂ ਦਿੱਲੀ ਤੋਂ ਮਸੂਰੀ ਲਈ ਚੱਲੋਗੇ ਤੇ ਤੁਹਾਨੂੰ ਰਸਤੇ ਦੇ ਵਿੱਚ ਇਮਾਰਤਾਂ ਤੋਂ ਸਿਵਾਏ ਕਿਤੇ ਵੀ ਕੋਈ ਖੇਤ ਨਜ਼ਰ ਨਹੀਂ ਆਉਣਗੇ ਔਰ ਕਿਤੇ ਵੀ ਕੋਈ ਰੁੱਖ ਨਜ਼ਰ ਨਹੀਂ ਆਏਗਾ। ਬਸ ਉੱਥੋਂ ਚੱਲ ਕੇ ਇੱਥੋਂ ਤਾਈਂ ਇੱਕ ਹੀ ਰੁੱਖ ਹੋਇਆ ਕਰੇਗਾ ਤੇ ਜਦੋਂ ਕੋਈ ਪੁੱਛਿਆ ਕਰੇਗਾ ਨਾ ਦਿੱਲੀ ਤੋਂ ਚੱਲੇ ਨੂੰ ਮਸੂਰੀ ਬੈਠਾ ਕਿ ਕਿੱਥੇ ਪਹੁੰਚੇ ਹੋ, ਤੇ ਉਹ ਇਹ ਨਹੀਂ ਕਿਹਾ ਕਰੇਗਾ ਕਿ ਮੇਰਠ ਪਹੁੰਚ ਗਿਆ ਜਾਂ ਮੁਜ਼ੱਫਰਨਗਰ ਪਹੁੰਚ ਗਿਆ। ਉਹ ਕਿਹਾ ਕਰੇਗਾ ਕਿ ਜਿੱਥੇ ਇੱਕ ਰੁੱਖ ਆਉਂਦਾ ਉੱਥੇ ਪਹੁੰਚ ਗਿਆ, ਕਿਉਂਕਿ ਇੱਕ ਹੀ ਰੁੱਖ ਹੋਏਗਾ। ਮਤਲਬ ਕਿ ਦੁਨੀਆ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਬੇਵਕੂਫੀ ਦੀਆਂ ਅਸੀਂ ਹੱਦਾਂ ਪਾਰ ਕਰੀ ਜਾਂਦੇ ਹਾਂ। ਅਸੀਂ ਆਪਣੇ ਕੰਮ ਕਰਨ ਲਈ, ਪੈਸਾ ਕਮਾਉਣ ਲਈ ਅਸੀਂ ਪਰਮਾਤਮਾ ਦੇ ਧਰੋਹਰ ਵੀ ਖਤਮ ਕਰਨ ਤੇ ਲੱਗੇ ਹੋਏ ਹਾਂ। ਤੇ ਜੇਕਰ ਇਹ ਪਰਮਾਤਮਾ ਦੇ ਧਰੋਹਰ ਇਸੇ ਤਰ੍ਹਾਂ ਖਤਮ ਹੁੰਦੇ ਰਹੇ ਤੇ ਯਾਦ ਰੱਖਿਓ ਇਸ ਦੁਨੀਆ ਦਾ ਜਿਉਂਦੇ ਰਹਿਣਾ ਬਹੁਤ ਮੁਸ਼ਕਲ ਹੈ। ਅਸੀਂ ਪਰਮਾਤਮਾ ਨੂੰ 100 ਥੱਪੜ ਵੀ ਮਾਰ ਦਈਏ ਤੇ ਉਹਦਾ ਕੁਛ ਨਹੀਂ ਵਿਗੜੇਗਾ। ਪਰਮਾਤਮਾ ਦਾ ਜਦ ਮੈਂ ਥੱਪੜ ਮਾਰਨ ਦੀ ਗੱਲ ਕਰਦਾ, ਮੈਂ ਕੁਦਰਤ ਦੇ ਨੁਕਸਾਨ ਦੀ ਗੱਲ ਕਰ ਰਿਹਾ, ਕਿਉਂਕਿ ਕੁਦਰਤ ਦਾ ਅਸੀਂ ਨੁਕਸਾਨ ਜੇ ਕਰ ਲਈਏ ਤੇ ਅਸੀਂ ਜਿੰਨਾ ਨੁਕਸਾਨ ਕਰ ਲਵਾਂਗੇ ਸ਼ਾਇਦ ਕੁਦਰਤ ਦਾ ਉਹਦੇ ਨਾਲ ਉਨਾ ਨੁਕਸਾਨ ਨਾ ਹੋਵੇ। ਪਰੰਤੂ ਜਦੋਂ ਕੁਦਰਤ ਨੇ ਪਾਸਾ ਪਲਟਿਆ ਤੇ ਸਾਡਾ ਫਿਰ ਬਚਣਾ ਕੁਛ ਨਹੀਂ ਹੈ ਔਰ ਫਿਰ ਅਸੀਂ ਆਪਣੀ ਬਰਬਾਦੀ ਦੇ ਵੱਲ ਵੱਧ ਜਾਣਾ। ਤੇ ਅੱਜ ਦਾ ਮਨੁੱਖ ਹੈ ਜਿਹੜਾ ਉਹ ਆਪਣੀ ਬਰਬਾਦੀ ਵੱਲ ਵੱਧ ਰਿਹਾ ਹੈ। ਅੱਜ ਦੇ ਮਨੁੱਖ ਨੂੰ ਰਿਸ਼ਤਿਆਂ ਦੇ ਨਾਲੋਂ ਜ਼ਿਆਦਾ ਚਿੰਤਾ ਪੈਸੇ ਕਮਾਉਣ ਦੀ ਹੈ। ਅੱਜ ਦੇ ਮਨੁੱਖ ਨੂੰ ਇੱਕ ਕਿਸੇ ਦੀ ਹੈਲਪ ਕਰਨ ਤੋਂ ਜ਼ਿਆਦਾ ਚਿੰਤਾ ਆਪਣੀ ਕਾਰ ਹੋਰ ਵੱਡੀ ਕਰਨ ਦੀ ਬਣੀ ਹੋਈ ਹੈ। ਅੱਜ ਦਾ ਮਨੁੱਖ ਹੈ ਜਿਹੜਾ ਇਹ ਜਿਸ ਪਾਸੇ ਵੱਲ ਵੱਧ ਰਿਹਾ ਹੈ, ਬਸ ਉਹਦੇ ਅੰਦਰ ਇੱਕ ਅਤੀ ਪੈਦਾ ਹੋ ਗਈ ਹੋਈ ਹੈ ਕਿ ਮੈਂ ਹੋਰ ਵੱਡਾ ਹੋ ਜਾਵਾਂ, ਮੇਰੇ ਕੋਲ ਹੋਰ ਧਨ ਹੋ ਜਾਏ, ਮੇਰੇ ਕੋਲ ਹੋਰ ਵੱਡੀ ਕਾਰ ਹੋ ਜਾਏ। ਤੇ ਇਹੀ ਬੇਵਕੂਫੀ ਸਾਨੂੰ ਤੇਜ਼ ਦੌੜਨ ਲਈ ਮਜਬੂਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਮੈਂ ਹੋਰ ਤੇਜ਼ ਦੌੜਾਂ, ਹੋਰ ਤੇਜ਼ ਦੌੜਾਂ, ਇੰਨਾ ਤੇਜ਼ ਦੌੜਾਂ ਕਿ ਮੈਂ ਦੂਸਰਿਆਂ ਤੋਂ ਅੱਗੇ ਲੰਘ ਜਾਵਾਂ। ਇਹ ਅੱਗੇ ਲੰਘਣ ਦੀ, ਤੇਜ਼ ਦੌੜਨ ਦੀ ਜਿਹੜੀ ਇੱਛਾ ਹੈ, ਇਸ ਨੇ ਮਨੁੱਖ ਦਾ ਸੁੱਖ ਚੈਨ, ਖੁਸ਼ੀਆਂ, ਖੇੜੇ, ਹਾਸਾ ਸਭ ਕੁਝ ਖੋਹ ਲਿਆ ਹੋਇਆ ਹੈ। ਤੇ ਦੋਸਤੋ ਮੈਂ ਇਹ ਕਹਿੰਦਾ ਕਿ ਕੰਮ ਜ਼ਰੂਰ ਕਰੋ, ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਕੰਮ ਨਾ ਕਰੋ। ਤੁਸੀਂ ਜਿਹੜੀ ਨੌਕਰੀ ਕਰ ਰਹੇ ਹੋ, ਜੋ ਤੁਸੀਂ ਸੇਵਾ ਕਰ ਰਹੇ ਹੋ, ਸਮਾਜ ਦੇ ਵਾਸਤੇ ਜ਼ਰੂਰ ਕਰੋ, ਪਰੰਤੂ ਉਹਦੇ ਵਿੱਚ ਆਪਣੀ ਹਵਸ ਨੂੰ ਘੱਟ ਕਰ ਦਿਓ। ਕਿਉਂਕਿ ਮੈਂ ਮਸਕੀਨ ਸਾਹਿਬ ਦਾ ਇੱਕ ਸ਼ੇਰ ਜੇ ਇੱਥੇ ਕੋਟ ਕਰਾਂ, ਉਹ ਕਹਿੰਦੇ ਹੁੰਦੇ ਸਨ, ਸ਼ੇਰ ਤੇ ਸ਼ਾਇਦ ਕਿਸੇ ਹੋਰ ਦਾ, ਕਿ ਹਵਸ ਕੇ ਬੰਦੇ ਹਿਆ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਹੀ ਭੇਜ ਦੇਤੇ ਹੈ। ਜਿਹੜੇ ਲੋਕਾਂ ਦੇ ਅੰਦਰ ਇਹ ਲਾਲਚ ਪੈਦਾ ਹੋ ਗਿਆ, ਉਹ ਲੋਕ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਨੀਆ ਦਾ ਨੁਕਸਾਨ ਕਰੀ ਜਾਣਗੇ। ਜੋ ਲੋਟੂ ਟੋਲਾ ਹੈ ਉਹਨੇ ਕਿਸੇ ਨਾ ਕਿਸੇ ਤਰੀਕੇ ਲੁੱਟੀ ਜਾਣਾ ਹੈ ਔਰ ਲੁੱਟਣ ਦੇ ਬੜੇ ਸੋਹਣੇ ਸੋਹਣੇ ਲੋਕਾਂ ਨੇ ਢੰਗ ਉਹ ਈਜਾਦ ਕਰ ਲਏ ਹੋਏ ਆ। ਅੱਜ ਮੈਂ ਆ ਰਿਹਾ ਸੀ, ਸਰਾਧਾਂ ਦੇ ਦਿਨ ਸੀ, ਤੇ ਮੈਂ ਇੱਕ ਸਾਡੇ ਬਹੁਤ ਹੀ ਪੁਰਾਣੇ ਬਜ਼ੁਰਗ ਹੁੰਦੇ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੇ ਘਰ ਦੇ ਛੱਤ ਦੇ ਉੱਪਰ ਇੱਕ ਕਾਂ ਬੈਠਾ ਸੀ ਤੇ ਮੈਂ ਕਹਿਣ ਡਿਆ ਸੀ ਕਿ ਦੇਖੋ ਜੀ ਅੱਜ ਇਹ ਕਾਂ ਬਣ ਕੇ ਆ ਗਿਆ ਤੇ ਸ਼ਰਾਧ ਖਾਨ ਆਪਣੇ। ਮਜ਼ਾਕ ਕਰ ਰਿਹਾ ਸੀ ਮੈਂ ਆਪਣੀ ਵਾਈਫ ਨੂੰ, ਔਰ ਗੱਲ ਵਿੱਚੋਂ ਇਹ ਸੀਗੀ ਕਿ ਲੁੱਟਣ ਦੇ ਢੰਗ
ਪੰਡਤਾਂ ਨੇ ਲੱਭ ਲਿਆ ਸ਼ਰਾਧਾਂ 'ਚ ਕਿਸ ਤਰ੍ਹਾਂ ਲੋਕਾਂ ਤੋਂ ਪਿੱਤਰ ਪੂਜਾ ਦੇ ਨਾਮ ਤੇ ਸ਼ਰਾਧ ਖਾ ਕੇ ਕਿਵੇਂ ਲੈਣਾ ਹੈਗਾ। ਕਿਉਂਕਿ ਮੈਂ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਧਾਰਮਿਕ ਕਹਿੰਦੇ ਹੋ, ਅਸਲ ਵਿੱਚ ਉੱਪਰੋਂ ਕੱਪੜੇ ਤੇ ਧਾਰਮਿਕ ਹੋ ਸਕਦੇ ਆ, ਅੰਦਰੋਂ ਧਾਰਮਿਕ ਨਹੀਂ ਹੈ। ਔਰ ਅਸਲ ਇਨਸਾਨ ਉਦੋਂ ਹੀ ਧਾਰਮਿਕ ਹੁੰਦਾ ਹੈ ਜਦੋਂ ਇਨਸਾਨ ਖੁਸ਼ ਹੋ ਜਾਂਦਾ ਹੈ, ਜਦ ਉਸ ਇਨਸਾਨ ਦੇ ਕੋਲ ਲੋਕਾਂ ਦੇ ਵਾਸਤੇ ਜਿਹੜਾ ਉਹ ਦਇਆ ਦੀ ਭਾਵਨਾ ਨਾਲ ਭਰ ਜਾਂਦਾ ਹੈ। ਜਦੋਂ ਉਹ ਇਨਸਾਨ ਆਪਣੇ ਕਿਸੇ ਵੀ ਨੁਕਸਾਨ ਨੂੰ ਆਪਣੀ ਜਿੱਤ ਜਾਂ ਹਾਰ ਨੂੰ ਇੱਕ ਖੇਡ ਦੇ ਵਾਂਗ ਹੀ ਸਮਝਦਾ ਹੈ। ਪਰੰਤੂ ਜਦੋਂ ਕੋਈ ਲੋਕ ਖੇਡ ਨੂੰ ਵੀ ਇੱਕ ਕੰਮ ਵਾਂਗ ਸਮਝਣ ਲੱਗ ਜਾਣ ਤਾਂ ਫਿਰ ਤਾਂ ਇੱਕ ਕੰਟਰੀ ਦੇ ਜਦੋਂ ਕ੍ਰਿਕਟਰ ਮੈਚ ਹਾਰ ਜਾਂਦੇ ਆ ਨਾ, ਉਹਨਾਂ ਨੂੰ ਫਿਰ ਇਹ ਕਹਿਣਾ ਪੈਂਦਾ ਹੁਣ ਆਪਣੇ ਕੰਟਰੀ ਨਾ ਜਾਇਓ ਬੇਟਾ, ਨਹੀਂ ਤੇ ਅੰਡੇ ਔਰ ਛਿੱਤਰ ਬਹੁਤ ਵਰਦੇ ਆ। ਹੁਣ ਤੁਸੀਂ ਦੂਜੇ ਕੰਟਰੀ ਚਲ ਜਾਓ ਜਦ ਤੱਕ ਲੋਕਾਂ ਦਾ ਗੁੱਸਾ ਭੜਕਿਆ ਹੋਇਆ, ਕਿਉਂਕਿ ਉਹਨਾਂ ਲੋਕਾਂ ਨੇ ਖੇਡ ਨੂੰ ਖੇਡ ਸਮਝਿਆ ਹੀ ਨਹੀਂ ਹੈ। ਉਹਨਾਂ ਨੇ ਉਸ ਨੂੰ ਇੱਕ ਆਪਣੀ ਪ੍ਰਤਿਸ਼ਠਾ ਸਮਝ ਲਿਆ ਹੋਇਆ। ਦੈਟ ਇਜ਼ ਟੋਟਲੀ ਰੋਂਗ ਯਾਰ। ਇਹੀ ਬਸ ਜਦੋਂ ਤੁਸੀਂ ਇੱਕ ਖੇਡ ਨੂੰ ਖੇਡ ਨਹੀਂ ਸਮਝਦੇ ਫਿਰ ਕੀ ਹੁੰਦਾ ਹੈ, ਫਿਰ ਤੇ ਬਾਰਡਰਾਂ ਤੋਂ ਲਾਸ਼ਾਂ ਉੱਠਦੀਆਂ ਸਾਡੇ ਫੌਜੀਆਂ ਦੀਆਂ, ਫਿਰ ਤਾਂ ਜਿਹੜਾ ਉਹ ਕਿਸਾਨਾਂ ਦੀਆਂ ਲਾਸ਼ਾਂ ਵੀ ਉੱਠਦੀਆਂ, ਕਿਉਂਕਿ ਇੱਕ ਪ੍ਰਤਿਸ਼ਠਾ ਸਮਝ ਲਈ ਜਾਂਦੀ ਹੈ। ਨਹੀਂ, ਇਸ ਨੂੰ ਜੇਕਰ ਖੇਡ ਸਮਝੀਏ, ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਜ਼ਿੰਦਗੀ ਇੱਕ ਖੇਡ ਹੈ, ਖੇਲ ਹੈ ਸਗਲ ਜਗਤ, ਤੇ ਫਿਰ ਸ਼ਾਇਦ ਅਸੀਂ ਆਪਣੀ ਈਗੋ ਤੋਂ ਪਰੇ ਹੋ ਸਕਦੇ ਹਾਂ, ਫਿਰ ਅਸੀਂ ਆਪਣੇ ਸਵਾਰਥਾਂ ਤੋਂ ਪਰੇ ਹੋ ਸਕਦੇ ਹਾਂ, ਆਪਣੇ ਹੰਕਾਰ ਤੋਂ ਪਰੇ ਹੋ ਸਕਦੇ ਹਾਂ, ਫਿਰ ਸਾਡੇ ਅੰਦਰੋਂ ਨਫ਼ਰਤ ਖਤਮ ਹੋ ਸਕਦੀ ਹੈ। ਤੇ ਜਿਹਦੇ ਅੰਦਰੋਂ ਨਫ਼ਰਤ ਖਤਮ ਹੋ ਗਈ ਉਹ ਹੀ ਸੱਚਾ ਧਾਰਮਿਕ ਹੈ, ਜਿਸ ਨੇ ਜ਼ਿੰਦਗੀ ਦੇ ਨਫੇ ਨੁਕਸਾਨ ਨੂੰ ਸਮਝ ਲਿਆ ਕਿ ਇਹ ਤਾਂ ਸਿਰਫ ਖੇਡ ਹੈ। ਇਸੇ ਨੂੰ ਹੀ ਨਾਮ ਦਿੱਤਾ ਗਿਆ ਪ੍ਰਭੂ ਦੀ ਰਜਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਗੁਰਬਾਣੀ ਸਾਨੂੰ ਜੋ ਕਹਿੰਦੀ ਹੈ, ਜੇ ਅਸੀਂ ਇਸ ਖੇਡ ਨੂੰ ਸਮਝ ਲਿਆ ਤੇ ਫਿਰ ਅਸੀਂ ਘਾਟਾ ਖਾ ਕੇ ਵੀ ਸੁਖੀ ਹੋਵਾਂਗੇ। ਪਰ ਜੇਕਰ ਅਸੀਂ ਇਸ ਨੂੰ ਖੇਡ ਦੀ ਜਗ੍ਹਾ ਇੱਕ ਧੰਦਾ ਸਮਝ ਲਿਆ, ਕੰਮ ਸਮਝ ਲਿਆ, ਤੇ ਫਿਰ ਸਾਡੇ ਕੋਲ ਜੇ 1000 ਆ ਗਿਆ ਤੇ ਸਾਡੇ ਅੰਦਰ 10,000 ਦੀ ਇੱਛਾ ਪੈਦਾ ਹੋ ਜਾਏਗੀ, ਸਾਨੂੰ ਹੋਰ ਨਿਰਾਸ਼ ਕਰ ਜਾਏਗੀ। 10,000 ਆ ਗਿਆ ਤੇ ਸਾਡੇ ਅੰਦਰ 50,000 ਦੀ ਇੱਛਾ ਪੈਦਾ ਹੋ ਜਾਏਗੀ, ਹੋਰ ਨਿਰਾਸ਼ ਹੋ ਜਾਵਾਂਗੇ। ਇਸੇ ਨੂੰ ਹੀ ਤਾਂ ਗੁਰਬਾਣੀ ਨੇ ਕਿਹਾ ਹੈਗਾ ਹੈ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਭਾਵੇਂ ਸਾਡੇ ਕੋਲ ਕਿੰਨਾ ਕੁਝ ਮਰਜ਼ੀ ਹੁੰਦਾ ਜਾਏ, ਪਰ ਜਦ ਤਾਈਂ ਸਾਡੇ ਕੋਲ ਸਮਾਈਲ ਨਹੀਂ, ਬੇਪਰਵਾਹੀ ਨਹੀਂ, ਜਦ ਤੱਕ ਸਾਡੇ ਕੋਲ ਨਿਰਲੇਪਤਾ ਨਹੀਂ, ਜਦ ਤੱਕ ਸਾਡੇ ਕੋਲ ਨਿਰਸਵਾਰਥਤਾ ਨਹੀਂ, ਅਸੀਂ ਸਵਾਰਥਾਂ ਦੇ ਭਰੇ ਹੋਏ ਹਾਂ, ਉਦੋਂ ਤੱਕ ਸਮਝ ਲਓ ਕਿ ਅਸੀਂ ਅਜੇ ਤੱਕ ਉਮਰ ਹੀ ਬਿਤਾਈ ਹੈ। ਅਸੀਂ ਸਿਰਫ ਸਾਲ, ਮਹੀਨੇ ਤੇ ਦਿਨ ਬਿਤਾਏ ਆ, ਪਰੰਤੂ ਅਸੀਂ ਜ਼ਿੰਦਗੀ ਜਿਉਣ ਦੀ ਅਜੇ ਜਾਚ ਨਹੀਂ ਸਿੱਖੀ। ਤੇ ਧਰਮ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦਾ ਹੈ। ਧਰਮ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਕਿਹੜੀ ਰੀਤੀ ਰਿਵਾਜ ਕਿਸ ਤਰ੍ਹਾਂ ਕਰਨਾ ਹੈ। ਧਰਮ ਤੇ ਸਾਨੂੰ ਇਹ ਸਿਖਾਉਂਦਾ ਹੈ ਕਿ ਤੁਸੀਂ ਅਸਲ ਵਿੱਚ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈ। ਕਿਉਂਕਿ ਮੈਨੂੰ ਇੱਕ ਕਹਾਣੀ ਯਾਦ ਆ ਗਈ, ਉਹ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇੱਕ ਵਾਰ ਕਹਿੰਦੇ ਨੇ ਕਿ ਕਿਸੇ ਜਗ੍ਹਾ ਤੇ 2 ਕਿਸਾਨ ਜੰਗਲ ਦੇ ਵਿੱਚ ਰਹਿੰਦੇ ਸੀ, ਖੇਤੀ ਕਰਦੇ ਸੀ, ਔਰ ਨਾਲ ਦੀ ਨਾਲ ਸਿੱਧੀ ਪੁੱਠੀ ਜਿਸ ਤਰ੍ਹਾਂ ਦੀ ਵੀ ਗਲਤ ਮਲਤ ਜੀ ਆਉਂਦੀ ਸੀ, ਉਹ ਪਰਮਾਤਮਾ ਦੀ ਪ੍ਰਾਰਥਨਾ ਵੀ ਕਰ ਛੱਡਦੇ ਸਨ। ਇੱਕ ਵਾਰ ਕਿਸੇ ਬੰਦੇ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ ਤੇ ਜਾ ਕੇ ਚਰਚ ਦੇ, ਸ਼ਹਿਰ ਦੇ ਵਿਚਲੇ ਵੱਡੇ ਚਰਚ ਦੇ ਵੱਡੇ ਪਾਦਰੀ ਕੋਲ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ। ਪਾਦਰੀ ਲੋਹਾ ਲਾਖਾ ਹੋਇਆ ਕਿ ਇਹ ਕੌਣ ਹੁੰਦੇ ਆ ਐਸੇ ਅਨਪੜ੍ਹ ਗਵਾਰ ਕਿ ਜੋ ਪਰਮਾਤਮਾ ਦੀ ਗਲਤ ਪ੍ਰਾਰਥਨਾ ਕਰਨ। ਉਹਨਾਂ ਨੂੰ ਸਿੱਖਿਆ ਦੇਣ ਲਈ ਚੱਲ ਪਿਆ। ਬੜੇ ਗੁੱਸੇ 'ਚ ਆਇਆ, ਪਰੰਤੂ ਉਹ ਇੰਨੇ ਅਭੋਲ ਸਨ ਕਿ ਉਹਨਾਂ ਨੇ ਉਹਦਾ ਵੈਲਕਮ ਕੀਤਾ ਕਿ ਬਹੁਤ ਵੱਡੇ ਮੰਦਰ ਦਾ ਪਾਦਰੀ, ਚਰਚ ਦਾ ਪਾਦਰੀ ਆਇਆ ਤੇ ਇਹਦੇ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲੇਗਾ। ਬੈਠ ਕੇ ਸਿਖਾਓ, ਦੱਸੋ, ਅਸੀਂ ਤੇ ਅਣਜਾਣ ਹਾਂ, ਸਾਨੂੰ ਕੋਈ ਪਤਾ ਨਹੀਂ, ਜੋ ਸਿੱਖਿਆ ਦੇਣੀ ਹੈ ਤੁਸੀਂ ਦੇ ਦਿਓ। ਪਾਦਰੀ ਨੇ ਸਿਖਾਇਆ, ਪਰ 5 ਮਿੰਟ ਬਾਅਦ ਉਹ ਠਹਿਰੇ। ਬਿਲਕੁਲ ਅਨਪੜ੍ਹ ਬੰਦੇ ਭੁੱਲ ਗਏ। ਕਹਿੰਦੇ ਜੀ ਭੁੱਲ ਗਏ, ਦੁਬਾਰਾ ਦੱਸੋ। ਦੁਬਾਰਾ ਦੱਸਿਆ, ਤੀਸਰੀ ਵਾਰ ਦੱਸਿਆ, ਚੌਥੀ ਵਾਰ ਪਾਦਰੀ ਫਿਰ ਆਪਣੀ ਬੇੜੀ ਤੇ ਸਵਾਰ ਹੋ ਕੇ ਨਦੀ ਤੋਂ ਪਾਰ ਦੂਸਰੇ ਪਾਸੇ ਜਾ ਰਿਹਾ ਸੀ ਕਿ ਉਹ ਪਾਣੀ ਦੇ ਉੱਪਰ ਫਿਰ ਭੱਜੇ ਆਉਂਦੇ ਦਿਸੇ। ਪਾਦਰੀ ਨੇ ਕਿਹਾ ਹੁਣ ਕੀ ਹੋਇਆ? ਨਾਲੇ ਹੈਰਾਨ ਹੋਇਆ ਕਿ ਤੁਸੀਂ
ਪਾਣੀ ਤੇ ਦੌੜ ਰਹੇ ਹੋ ਤੇ ਨਦੀ ਡੂੰਘੀ ਸੀ, ਇਹਦੇ 'ਚ ਡੁੱਬੇ ਕਿਉਂ ਨਹੀਂ? ਉਹ ਕਹਿਣ ਲੱਗੇ ਨਦੀ ਦਾ ਤੇ ਸਾਨੂੰ ਚੇਤਾ ਹੀ ਨਹੀਂ, ਕਿਉਂਕਿ ਪ੍ਰਾਰਥਨਾ ਅਸੀਂ ਫੇਰ ਭੁੱਲ ਗਏ ਸੀ ਤੇ ਅਸੀਂ ਇਸ ਲਈ ਆਏ ਕਿ ਜੇ ਤੁਸੀਂ ਸ਼ਹਿਰ ਚਲੇ ਗਏ ਤੇ ਸ਼ਹਿਰ 'ਚ ਸਾਨੂੰ ਮਿਲਣਾ ਨਹੀਂ, ਤੇ ਫਿਰ ਇੱਕ ਵਾਰ ਪਤਾ ਕਰ ਆਈਏ ਕਿ ਰੱਬ ਦੀ ਠੀਕ ਪ੍ਰਾਰਥਨਾ ਕੀ ਹੈ। ਤੇ ਉਸ ਪਾਦਰੀ ਨੇ ਕਿਹਾ ਕਿ ਸੌਰੀ, ਸ਼ਬਦਾਂ ਦੇ ਵਿੱਚ ਤਾਂ ਸਹੀ ਮੈਂ ਕਰ ਰਿਹਾ ਸੀ, ਪਰ ਭਾਵਨਾਵਾਂ ਦੇ ਵਿੱਚ ਮੇਰੇ ਤੋਂ ਜ਼ਿਆਦਾ ਸਹੀ ਤੁਸੀਂ ਹੋ। ਅੱਜ ਅਸੀਂ ਕਿਸੇ ਦੂਸਰੇ ਨੂੰ ਸਹੀ ਕਹਿਣਾ ਸ਼ੁਰੂ ਕਰ ਦਾਂਗੇ, ਗੱਲ ਬਣ ਜੇਗੀ, ਪਰ ਇੱਥੇ ਤੇ ਉਲਟਾ ਹੋ ਰਿਹਾ ਹੈ। ਇੱਥੇ ਤੇ ਇਹ ਹੋ ਰਿਹਾ, ਅਸੀਂ ਕਹਿ ਰਹੇ ਹਾਂ ਬਾਕੀ ਸਾਰੀ ਦੁਨੀਆ ਗਲਤ ਹੈ, ਮੈਂ ਹੀ ਠੀਕ ਹਾਂ। ਤੇ ਦੋਸਤੋ, ਇਸ ਸੋਚ ਨੂੰ ਬਦਲਣ ਦੀ ਲੋੜ ਹੈ ਤੇ ਇਹਦੇ ਨਾਲ ਹੀ ਆਉਣਾ ਫਿਰ ਮੈਂ ਦੁਬਾਰਾ ਲੌਟ ਕੇ ਰੇਡੀਓ ਖੁਸ਼ੀ 90.4 FM ਤੇ ਬਣੇ ਰਹੋ ਆਪਣੇ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਦੇ ਨਾਲ ਪ੍ਰੋਗਰਾਮ ਜੀਵਨ ਜਾਂਚ ਵਿੱਚ। ਤੇ ਆਓ ਸੁਣੀਏ ਇੱਕ ਸੋਹਣਾ ਜਿਹਾ ਹੋਰ ਪਿਆਰਾ ਜਿਹਾ ਸੌਂਗ।